ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਦੋਂ ਤੋਂ ਪੈਂਡੈਮਿਕ ਦੀ ਸ਼ੁਰੂਆਤ ਹੋਈ ਹੈ, ਜਿਸ ਤਰੀਕੇ ਦੇ ਨਾਲ ਉਹਨਾਂ ਨੇ ਹਰ ਰੋਜ਼ ਪ੍ਰੈਸ ਕਾਨਫਰੰਸ ਕਰਕੇ ਦੇਸ਼ ਵਾਸੀਆਂ ਨੂੰ ਸੰਬੋਧਿਤ ਕੀਤਾ ਤੇ ਉਹਨਾਂ ਨੂੰ ਹਰ ਰੋਜ਼ ਦਿਸ਼ਾ ਨਿਰਦੇਸ਼ ਦਿੱਤੇ ਨੇ ਕਿ ਇਸ ਮੁਸ਼ਕਿਲ ਘੜੀ ਵਿੱਚ ਕੀ ਕੀਤਾ ਜਾਏ। ਇਸ ਲਈ ਉਹਨਾਂ ਦੀ ਸਭ ਪਾਸੇ ਸ਼ਲਾਘਾ ਵੀ ਹੋਈ ਹੈ। ਆਪਣੇ ਨਾਗਰਿਕਾਂ ਨੂੰ ਜਿਸ ਤਰੀਕੇ ਨਾਲ ਕੈਨੇਡਾ ਦੀ ਫੈਡਰਲ ਸਰਕਾਰ ਨੇ ਮਹਾਮਾਰੀ ਦੇ ਦੌਰਾਨ ਸਪੋਰਟ ਕੀਤਾ, ਉਹ ਕਿਸੇ ਤੋਂ ਵੀ ਲੁਕੀ ਨਹੀਂ ਹੈ। CERB यानी कि सर्व बेनिफिट्स राही कोशिश की गई कि कैनेडियंस ਨੂੰ ਆਪਣੇ ਘਰ ਚਲਾਉਣ ਵਿੱਚ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਪੇਸ਼ ਨਾ ਆਵੇ। ਬੈਂਕਾਂ ਨਾਲ ਮਿਲ ਕੇ ਮਾਰਗੇजेस ਨੂੰ ਡੈਫਰ ਕਰਵਾਉਣ ਦੀ ਗੱਲ ਤੱਕ ਕਹੀ ਗਈ। ਅਜਿਹੇ ਵਿੱਚ ਪ੍ਰਧਾਨ ਮੰਤਰੀ ਦੀ ਪਤਨੀ ਵੀ ਕੋਵਿਡ ਦਾ ਸ਼ਿਕਾਰ ਹੋਏ, ਪਰ ਇਸ ਦੇ ਬਾਵਜੂਦ ਉਹ ਹਰ ਰੋਜ਼ ਆ ਕੇ ਦੇਸ਼ ਵਾਸੀਆਂ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆਏ। ਜਦੋਂ ਪਹਿਲੀ ਵੇਵ ਤੇ ਕਾਬੂ ਪਾਉਣ ਤੋਂ ਬਾਅਦ ਦੇਸ਼ ਵਿੱਚ ਕੋਵਿਡ ਦੀ ਦੂਜੀ ਵੇਵ ਨੇ ਦਸਤਕ ਦਿੱਤੀ ਤਾਂ ਅਜਿਹੇ ਵਿੱਚ ਸਰਕਾਰ ਨੇ ਸਰਬ ਨੂੰ ਖਤਮ ਕਰਦਿਆਂ CRA ਬੈਨੀਫਿਟਸ ਸ਼ੁਰੂਆਤ ਕਰ ਦਿੱਤੀ ਤਾਂ ਜੋ ਜਿਨ੍ਹਾਂ ਦੀ ਕੋਵਿਡ ਕਰਕੇ ਨੌਕਰੀ ਗਈ ਹੈ ਜਾਂ ਫਿਰ ਕੋਵਿਡ ਕਾਰਨ ਸਿੱਧੇ ਜਾਂ ਅਸਿੱਧੇ ਤੌਰ ਤੇ ਪ੍ਰਭਾਵਿਤ ਹੋਏ ਨੇ, ਉਹਨਾਂ ਨੂੰ ਮੁਸ਼ਕਿਲ ਹਾਲਾਤਾਂ ਨਾਲ ਨਾ ਜੂਝਣਾ ਪਵੇ। ਸ਼ੁਰੂਆਤ ਦੇ ਵਿੱਚ ਜਦ ਪੈਂਡੈਮਿਕ ਦੌਰਾਨ PPE ਕਿਟਸ ਨੂੰ ਲੈ ਕੇ ਦੇਸ਼ ਵਿੱਚ ਕਮੀ ਹੋਈ ਸੀ ਤਾਂ ਸਰਕਾਰ ਨੇ ਕੁਝ PPE ਕਿਟਸ ਐਕਸਪੋਰਟ ਕਰਵਾਈਆਂ ਸੀ, ਪਰ ਘੱਟ ਗਿਣਤੀ ਵਿੱਚ PPE ਕਿਟਸ ਮਿਲਣ ਕਰਕੇ ਹੈਲਥ ਕੇਅਰ ਅਤੇ ਫਰੰਟਲਾਈਨ ਵਰਕਰਸ ਨੂੰ ਕਾਫੀ ਪਰੇਸ਼ਾਨੀਆਂ ਵੀ ਹੋਈਆਂ, ਜਿਸ ਲਈ ਟਰੂਡੋ ਸਰਕਾਰ ਵਿਰੋਧੀ ਪਾਰਟੀਆਂ ਦੇ ਨਿਸ਼ਾਨੇ ਤੇ ਵੀ ਰਹੀ। ਉਸ ਤੋਂ ਬਾਅਦ ਜਸਟਿਨ ਟਰੂਡੋ ਨੇ ਇੱਕ ਇੰਟਰਵਿਊ ਦੌਰਾਨ ਇਹ ਕਿਹਾ ਸੀ ਕਿ ਕਾਸ਼ ਉਹਨਾਂ ਨੇ ਜਨਵਰੀ ਵਿੱਚ ਪਹਿਲਾ ਕਦਮ ਚੁੱਕਦਿਆਂ PPE ਕਿਟਸ, ਫੇਸ ਮਾਸਕ, ਸ਼ੀਲਡ, ਦਸਤਾਨੇ, ਗਾਊਨਸ ਵਗੈਰਾ ਮੰਗਵਾ ਲਏ ਹੁੰਦੇ। ਪਰ ਇਸ ਤੋਂ ਬਾਅਦ ਸਰਕਾਰ ਨੇ ਕੋਸ਼ਿਸ਼ ਕੀਤੀ ਕਿ ਦੇਸ਼ ਲਈ ਇਸ ਵਕਤ ਆਪਣੀ ਜਾਨ ਨੂੰ ਖਤਰੇ ਵਿੱਚ ਪਾ ਰਹੇ ਹੈਲਥ ਕੇਅਰ ਵਰਕਰਸ ਅਤੇ ਫਰੰਟ ਲਾਈਨ ਵਰਕਰਸ ਨੂੰ ਕਿਸੇ ਵੀ ਤਰ੍ਹਾਂ ਦੀ ਕੋਈ ਪਰੇਸ਼ਾਨੀ ਨਾ ਹੋਵੇ। ਪ੍ਰੋਵਿੰਸ ਦੇ ਪ੍ਰੀਮੀਅਰ ਨਾਲ ਲਗਾਤਾਰ ਰਾਬਤਾ ਕਾਇਮ ਕਰਦਿਆਂ ਉਹਨਾਂ ਨਾਲ ਹਾਲਾਤਾਂ ਬਾਰੇ ਚਰਚਾ ਕੀਤੀ ਗਈ। ਇਸ ਸਾਰੀ ਸਥਿਤੀ ਵਿੱਚ ਹੁਣ ਇਹੀ ਜਦੋਜਹਿਦ ਵੀ ਚੱਲ ਰਹੀ ਸੀ ਕਿ ਕੋਵਿਡ ਦੀ ਵੈਕਸੀਨ ਜਲਦ ਤੋਂ ਜਲਦ ਆ ਜਾਏ ਤਾਂ ਜੋ ਮਹਾਮਾਰੀ ਨਾਲ ਹੋਏ ਨੁਕਸਾਨ ਨੂੰ ਪੂਰਾ ਕਰਨ ਵੱਲ ਕਦਮ ਅੱਗੇ ਵਧਾਇਆ ਜਾ ਸਕੇ। ਇੱਕ ਪਾਸੇ ਦੇਸ਼ ਦੇ ਨਾਗਰਿਕ ਤੇ ਦੂਜੇ ਪਾਸੇ ਡਿੱਗ ਰਹੀ ਅਰਥ ਵਿਵਸਥਾ। ਅਜਿਹੇ ਵਿੱਚ ਕੈਨੇਡਾ ਦੀ ਫੈਡਰਲ ਸਰਕਾਰ ਨੇ ਨਾਗਰਿਕਾਂ ਲਈ ਆਪਣੇ ਖਜ਼ਾਨੇ ਖੋਲੇ। ਹਾਲਾਂਕਿ ਸਰਕਾਰ ਨੇ ਬੈਨੀਫਿਟਸ ਅਪਲਾਈ ਕਰਨ ਲਈ ਇੱਕ ਕ੍ਰਾਈਟੇਰੀਆ ਰੱਖਿਆ ਸੀ, ਜਿਸ ਨੂੰ ਪੂਰਾ ਕਰਨ ਵਾਲੇ ਇਸ ਲਈ ਅਪਲਾਈ ਕਰ ਸਕਦੇ ਸੀ। ਫਰਵਰੀ ਵਿੱਚ ਜਦ ਦੇਸ਼ ਵਿੱਚ ਕੋਵਿਡ ਦਾ ਪਤਾ ਲੱਗਿਆ ਤਾਂ ਉਸ ਵੇਲੇ ਵੀ ਉਹਨਾਂ ਨੇ ਵਿਦੇਸ਼ਾਂ ਵਿੱਚ ਗਏ ਕੈਨੇਡੀਅਨਸ ਨੂੰ ਅਪੀਲ ਕੀਤੀ ਸੀ ਕਿ ਉਹ ਆਪਣੇ ਘਰਾਂ ਨੂੰ ਵਾਪਸ ਪਰਤ ਆਉਣ। ਸਥਿਤੀ ਕਦੇ ਵੀ ਹੋਰ ਗੰਭੀਰ ਹੋ ਸਕਦੀ ਹੈ, ਜਿਸ ਤੋਂ ਕੁਝ ਦਿਨ ਬਾਅਦ ਹੀ ਕੈਨੇਡਾ ਨੇ ਆਪਣੀਆਂ ਸਰਹੱਦਾਂ ਬੰਦ ਕਰ ਦਿੱਤੀਆਂ। ਹਾਲਾਂਕਿ ਬਾਕੀ ਦੇਸ਼ਾਂ ਦੇ ਮੁਕਾਬਲੇ ਦੇਖਿਆ ਜਾਏ ਤਾਂ ਕੈਨੇਡਾ ਨੇ ਪੈਂਡੈਮਿਕ ਨੂੰ ਬਹੁਤ ਹੀ ਸਹੀ ਤਰੀਕੇ ਨਾਲ ਸੰਭਾਲਿਆ। ਸਮੇਂ ਤੇ ਕਦਮ ਚੁੱਕਦਿਆਂ ਦੇਸ਼ ਦੀ ਸਰਹੱਦ ਬੰਦ ਕਰ ਦਿੱਤੀ ਗਈ। ਅਮਰੀਕਾ ਨਾਲ ਲੱਗਦਾ ਬਾਰਡਰ ਅਜੇ ਵੀ ਬੰਦ ਹੈ ਕਿਉਂਕਿ ਅਮਰੀਕਾ ਦੇ ਵਿੱਚ ਸਭ ਤੋਂ ਜ਼ਿਆਦਾ ਕੋਰੋਨਾ ਵਾਇਰਸ ਦੇ ਕੇਸ ਇਸ ਵਕਤ ਪਾਏ ਗਏ ਨੇ। ਸਰਕਾਰ ਨੇ ਵਿਦੇਸ਼ਾਂ ਵਿੱਚ ਫਸੇ ਆਪਣੇ ਨਾਗਰਿਕਾਂ ਨੂੰ ਵਾਪਸ ਲਿਆਉਣ ਲਈ ਵੀ ਪੂਰੇ ਕਦਮ ਚੁੱਕੇ। ਇਸ ਸਭ ਤੋਂ ਬਾਅਦ ਜਦ ਗੱਲ ਵੈਕਸੀਨ ਦੀ ਆਈ ਤਾਂ ਵੈਕਸੀਨ ਦੀ ਖੋਜ ਲਈ ਜਿੱਥੇ ਫੰਡ ਮੁਹੱਈਆ ਕਰਵਾਏ ਗਏ ਤਾਂ ਉੱਥੇ ਹੀ ਫਾਈਜ਼ਰ ਦੀ ਵੈਕਸੀਨ ਨੂੰ ਜਿਵੇਂ ਹੀ ਹਰੀ ਝੰਡੀ ਮਿਲੀ ਤਾਂ ਸਰਕਾਰ ਨੇ ਫਾਈਜ਼ਰ ਅਤੇ ਮੈਡਰਮਾ ਦੀ ਵੈਕਸੀਨ ਨੂੰ ਆਪਣੇ ਲਈ ਰਾਖਵਾਂ ਰੱਖ ਲਿਆ। ਪਹਿਲਾਂ ਇਹ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਨੂੰ ਕੋਵਿਡ ਵੈਕਸੀਨ ਦੀਆਂ ਡੋਜ਼ਸ ਮਿਲਣ 'ਚ ਦੇਰੀ ਹੋ ਸਕਦੀ ਹੈ, ਜਿਸ ਤੋਂ ਬਾਅਦ ਪ੍ਰਧਾਨ ਮੰਤਰੀ ਉੱਤੇ ਦੂਜੀਆਂ ਸਿਆਸੀ ਪਾਰਟੀਆਂ ਨਿਸ਼ਾਨੇ ਸਾਧਣ ਲੱਗੀਆਂ। ਅਜਿਹੇ ਵਿੱਚ ਦੇਸ਼ ਵਿੱਚ ਕੋਵਿਡ ਦੇ ਹਾਲਾਤਾਂ ਨੂੰ ਦੇਖਦੇ ਹੋਏ ਪ੍ਰਧਾਨ ਮੰਤਰੀ ਟਰੂਡੋ ਨੇ ਆਪਣੀ ਪੂਰੀ ਵਾਹ ਲਗਾ ਦਿੱਤੀ ਅਤੇ ਜੋ ਵੈਕਸੀਨ ਕਿਹਾ ਜਾ ਰਿਹਾ ਸੀ ਕਿ ਕੈਨੇਡਾ ਨੂੰ ਸਾਲ ਦੇ ਪਹਿਲੇ 3 ਮਹੀਨਿਆਂ 'ਚ ਪ੍ਰਾਪਤ ਹੋਏਗੀ, ਉਸ ਦੀ ਪਹਿਲੀ ਸ਼ਿਪਮੈਂਟ ਦਸੰਬਰ ਵਿੱਚ ਹੀ ਮਿਲ ਗਈ। ਕੈਨੇਡਾ ਨੂੰ ਫਾਈਜ਼ਰ ਵੈਕਸੀਨ ਦੀ ਪਹਿਲੀ ਡੀਲ ਵਿੱਚ 2,49,000 ਡੋਜ਼ਸ ਮਿਲੇ, ਉਹ ਇਸ ਮਹੀਨੇ ਮਿਲੇ, ਜਦਕਿ ਨਾਲ ਹੀ ਕੁਝ ਹਫ਼ਤਿਆਂ ਵਿੱਚ 2,30,000 ਡੋਜ਼ਸ ਹੋਰ ਆਉਣਗੇ। ਕੈਨੇਡਾ ਵਿੱਚ ਕੋਵਿਡ ਦੀ ਵੈਕਸੀਨ ਦੇ ਸ਼ਾਟਸ ਲੱਗਣੇ ਸ਼ੁਰੂ ਹੋ ਚੁੱਕੇ ਨੇ। ਇੱਥੇ ਫਾਈਜ਼ਰ ਦੀ ਵੈਕਸੀਨ ਨੂੰ ਸਟੋਰ ਕਰਨ ਦੇ ਲਈ -80 ਡਿਗਰੀ ਤਾਪਮਾਨ ਦੀ ਲੋੜ ਹੈ ਤਾਂ ਉੱਥੇ ਹੀ ਮੈਡਰਮਾ ਲਈ -20 ਡਿਗਰੀ ਤਾਪਮਾਨ ਦੀ ਲੋੜ ਹੈ। ਪਰ ਸਰਕਾਰ ਨੇ ਨਾਲ ਹੀ ਵੈਕਸੀਨ ਨੂੰ ਸਟੋਰ ਕਰਨ ਦਾ ਵੀ ਇੰਤਜ਼ਾਮ ਕੀਤਾ ਤਾਂ ਜੋ ਕੈਨੇਡੀਅਨਸ ਤੱਕ ਵੈਕਸੀਨ ਦੀ ਪਹੁੰਚ ਨੂੰ ਆਸਾਨ ਬਣਾਇਆ ਜਾ ਸਕੇ। ਅਜਿਹੇ ਵਿੱਚ ਫਿਲਹਾਲ ਸਭ ਤੋਂ ਪਹਿਲਾਂ ਹੈਲਥ ਕੇਅਰ ਵਰਕਰਸ ਨੂੰ ਵੈਕਸੀਨ ਮਿਲਣੀ ਸ਼ੁਰੂ ਹੋ ਗਈ ਹੈ, ਜਿਸ ਤੋਂ ਬਾਅਦ ਫਰੰਟਲਾਈਨ ਵਰਕਰਸ ਦੀ ਵਾਰੀ ਹੋਏਗੀ। ਸਰਕਾਰ ਦਾ ਕਹਿਣਾ ਹੈ ਕਿ 2021 ਦੇ ਮੱਧ ਤੱਕ ਬਹੁਤੇ ਕੈਨੇਡੀਅਨਸ ਤੱਕ ਵੈਕਸੀਨ ਦੀ ਪਹੁੰਚ ਹੋ ਜਾਏਗੀ। ਕੈਨੇਡਾ ਨੇ ਪਹਿਲਾਂ ਹੀ ਫਾਈਜ਼ਰ ਦੀਆਂ 20 ਮਿਲੀਅਨ ਡੋਜ਼ਸ ਖਰੀਦ ਲਈਆਂ ਨੇ ਅਤੇ ਉਸ ਕੋਲ 56 ਮਿਲੀਅਨ ਹੋਰ ਖਰੀਦਣ ਦੀ ਰਾਹ ਹੈ। ਇਹੀ ਨਹੀਂ, ਕੈਨੇਡਾ ਨੇ 40 ਮਿਲੀਅਨ ਡੋਜ਼ਸ ਮੈਡਰਮਾ ਦੀਆਂ ਵੀ ਖਰੀਦ ਲਈਆਂ ਨੇ ਅਤੇ ਇਹ ਵੈਕਸੀਨ ਦੀ 1,68,000 ਡੋਜ਼ ਦਸੰਬਰ ਅਖੀਰ ਤੱਕ ਪੁੱਜ ਜਾਏਗੀ। ਹੈਲਥ ਕੈਨੇਡਾ ਦਾ ਕਹਿਣਾ ਹੈ ਕਿ ਇਸ ਵੈਕਸੀਨ ਨੂੰ ਸਟੋਰ ਕਰਨਾ ਜ਼ਿਆਦਾ ਆਸਾਨ ਹੈ ਕਿਉਂਕਿ ਇਸ ਲਈ ਜ਼ਿਆਦਾ ਉੱਚ ਤਾਪਮਾਨ ਵਾਲੇ ਫ੍ਰੀਜ਼ਰਸ ਦੀ ਲੋੜ ਨਹੀਂ। ਕੈਨੇਡਾ ਦੁਨੀਆ ਦੇ ਉਹਨਾਂ ਮੁਲਕਾਂ ਵਿੱਚ ਸ਼ਾਮਿਲ ਹੋਇਆ ਹੈ ਜਿਸ ਦੇ ਨਾਗਰਿਕਾਂ ਨੂੰ ਕੋਵਿਡ ਵੈਕਸੀਨ ਪਹਿਲ ਦੇ ਆਧਾਰ ਤੇ ਮਿਲੀ ਹੈ। ਉਧਰ ਹਾਲਾਂਕਿ ਕੈਨੇਡਾ ਵੱਲੋਂ ਇੰਨੀ ਮਾਤਰਾ ਵਿੱਚ ਵੈਕਸੀਨ ਖਰੀਦਣ ਤੋਂ ਬਾਅਦ ਕਈ ਦੇਸ਼ਾਂ ਨੇ ਇਸ ਤੇ ਆਪੱਤੀ ਵੀ ਜਤਾਈ ਸੀ, ਪਰ ਇਸ ਦੇ ਬਾਵਜੂਦ ਕੈਨੇਡਾ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਚਾਹੁੰਦਾ ਹੈ ਅਤੇ PPE ਕਿਟਸ ਵਾਲੀ ਗਲਤੀ ਨੂੰ ਦੁਬਾਰਾ ਨਹੀਂ ਦੁਹਰਾਉਣਾ ਚਾਹੁੰਦਾ। ਇਸ ਦੇ ਨਾਲ ਹੀ ਕੈਨੇਡਾ ਨੇ ਗਰੀਬ ਦੇਸ਼ਾਂ ਲਈ ਵੈਕਸੀਨ ਦੀ ਪਹੁੰਚ ਲਈ ਵੈਕਸੀਨ ਪ੍ਰੋਗਰਾਮ ਵਿੱਚ ਫੰਡਿੰਗ ਵੀ ਕੀਤੀ ਹੈ। ਅਜਿਹੇ ਵਿੱਚ ਸਰਕਾਰ ਵੱਲੋਂ ਵੀ ਕੁਝ ਅਜਿਹੀਆਂ ਕਮੀਆਂ ਸਨ ਜੋ ਕਿ ਵਿਰੋਧੀਆਂ ਦੇ ਨਿਸ਼ਾਨੇ ਤੇ ਰਹੀਆਂ, ਪਰ ਜੇਕਰ ਬਾਕੀ ਮੁਲਕਾਂ ਤੇ ਨਜ਼ਰ ਮਾਰੀਏ ਤਾਂ ਇਸ ਗੱਲ ਨੂੰ ਝੁਠਲਾਇਆ ਨਹੀਂ ਜਾ ਸਕਦਾ ਕਿ ਕੈਨੇਡਾ ਦੀ ਫੈਡਰਲ ਸਰਕਾਰ ਨੇ ਜਿਸ ਤਰੀਕੇ
ਤਰੀਕੇ ਨਾਲ ਕਰੋਨਾ ਨੂੰ ਹੈਂਡਲ ਕਰਨ ਵਿੱਚ ਜੀ ਜਾਨ ਲਗਾਈ, ਇਹ ਉਸ ਦਾ ਹੀ ਨਤੀਜਾ ਸੀ ਕਿ ਮਾਮਲੇ ਕੰਟਰੋਲ ਵਿੱਚ ਰਹੇ। ਹਾਲਾਂਕਿ ਕੋਵਿਡ ਦੀ ਹੁਣ ਦੂਸਰੀ ਵੇਵ ਨੇ ਮੁੜ ਨੁਕਸਾਨ ਕਰਨਾ ਸ਼ੁਰੂ ਕੀਤਾ ਹੈ, ਪਰ ਸਰਕਾਰ ਨੇ ਵਾਅਦੇ ਮੁਤਾਬਿਕ ਵੈਕਸੀਨ ਦੀਆਂ ਡੋਜ਼ਸ ਖਰੀਦ ਕੇ ਆਪਣੇ ਨਾਗਰਿਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਹੈ। ਵੈਕਸੀਨ ਜਦ ਪਹਿਲੀ ਵਾਰ ਹਸਪਤਾਲ 'ਚ ਪਹੁੰਚੀ ਤਾਂ ਸਿਹਤ ਮੰਤਰੀ ਨਾਲ ਪ੍ਰਧਾਨ ਮੰਤਰੀ ਨੇ ਖੁਦ ਹਸਪਤਾਲ ਦਾ ਦੌਰਾ ਕੀਤਾ ਅਤੇ ਸਾਰਾ ਜਾਇਜ਼ਾ ਲਿਆ। ਉੱਥੇ ਹੀ ਦੂਜੇ ਪਾਸੇ ਕੈਨੇਡਾ ਦੇ ਵੱਡੇ ਪ੍ਰੋਵਿੰਸਸ ਦੇ ਵਿੱਚੋਂ ਇੱਕ ਓਨਟਾਰੀਓ ਦੀ ਗੱਲ ਕੀਤੀ ਜਾਵੇ ਤਾਂ ਓਨਟਾਰੀਓ ਵਿੱਚ ਵੀ ਕੋਵਿਡ ਨੂੰ ਕੰਟਰੋਲ ਕਰਨ ਵਿੱਚ ਪ੍ਰੀਮੀਅਰ ਫੋਰਟ ਨੇ ਆਪਣੀ ਪੂਰੀ ਵਾਹ ਲਗਾ ਦਿੱਤੀ। ਜਿੱਥੇ ਸਖਤ ਫੈਸਲੇ ਲੈਣ ਦੀ ਲੋੜ ਸੀ, ਉਹਨਾਂ ਨੇ ਸਖਤ ਫੈਸਲੇ ਲਏ। ਕਈ ਵਾਰ ਲੋਕਾਂ ਨੂੰ ਅਪੀਲ ਕਰਦਿਆਂ ਉਹ ਭਾਵੁਕ ਹੁੰਦੇ ਵੀ ਨਜ਼ਰ ਆਏ। ਸਿਹਤ ਮਾਹਿਰਾਂ ਦੇ ਸੁਝਾਵਾਂ ਨੂੰ ਮੰਨਦੇ ਹੋਏ ਪ੍ਰੋਵਿੰਸ ਵਿੱਚ ਲਾਕਡਾਊਨ ਕਰਨ ਦੀ ਗੱਲ ਹੋਵੇ ਜਾਂ ਫਿਰ ਪ੍ਰੋਵਿੰਸ ਵਾਸੀਆਂ ਨੂੰ ਇਹ ਯਕੀਨ ਦਿਵਾਉਣਾ ਹੋਵੇ ਕਿ ਉਹਨਾਂ ਲਈ ਸੂਬਾ ਸਰਕਾਰ ਹਰਦਮ ਖੜੀ ਹੈ, ਪ੍ਰੀਮੀਅਰ ਫੋਰਟ ਨੇ ਹਰ ਕਦਮ ਨੂੰ ਬਾਖੂਬੀ ਚੁੱਕਿਆ। ਚੋਣਾਂ ਤੋਂ ਹਟ ਕੇ ਉਹਨਾਂ ਦੀ ਇੱਕ ਅਲੱਗ ਹੀ ਛਵੀ ਨਜ਼ਰ ਆਈ। ਫੈਡਰਲ ਸਰਕਾਰ ਨਾਲ ਉਹਨਾਂ ਨੇ ਹਰ ਮੁੱਦੇ ਉੱਤੇ ਗੱਲ ਕੀਤੀ ਅਤੇ ਜਿੱਥੇ ਲੋੜ ਸੀ ਉੱਥੇ ਆਪਣੇ ਸੂਬਾ ਵਾਸੀਆਂ ਲਈ ਵਧੇਰੇ ਕਦਮ ਚੁੱਕਣ ਲਈ ਵੀ ਅਪੀਲ ਕੀਤੀ। ਬੇਸ਼ੱਕ ਇਸ ਵੇਲੇ ਕੋਵਿਡ ਦੀ ਸੈਕੰਡ ਵੇਵ ਨੇ ਪ੍ਰੋਵਿੰਸ ਨੂੰ ਪ੍ਰਭਾਵਿਤ ਕੀਤਾ ਹੈ, ਪਰ ਪ੍ਰੀਮੀਅਰ ਹਰ ਰੋਜ਼ ਮੀਡੀਆ ਦੇ ਮੁਖਾਤਿਬ ਹੁੰਦਿਆਂ ਲੋਕਾਂ ਨੂੰ ਇਹੀ ਅਪੀਲ ਕਰ ਰਹੇ ਨੇ ਕਿ ਤਿਉਹਾਰਾਂ ਦੇ ਮੌਕੇ ਤੇ ਖਾਸ ਤੌਰ ਤੇ ਛੁੱਟੀਆਂ ਦੇ ਦਿਨਾਂ ਵਿੱਚ ਹਦਾਇਤਾਂ ਦਾ ਪੂਰਾ ਪਾਲਣ ਕੀਤਾ ਜਾਵੇ। ਕੋਵਿਡ ਦੀ ਪਹਿਲੀ ਡੋਜ਼ ਜਦ ਓਨਟਾਰੀਓ ਪੁੱਜੀ ਤਾਂ ਪ੍ਰੀਮੀਅਰ ਖੁਦ ਉਸ ਮੌਕੇ ਤੇ ਪੁੱਜੇ ਅਤੇ ਵੈਕਸੀਨ ਰਿਸੀਵ ਕੀਤੀ, ਜਿਸ ਤੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਉਹ ਖੁਦ ਸੂਬੇ ਦੇ ਲੋਕਾਂ ਦੀ ਸਿਹਤ ਦੇ ਪ੍ਰਤੀ ਕਿੰਨਾ ਚਿੰਤਿਤ ਨੇ। ਬਿਊਰੋ ਰਿਪੋਰਟ, ਹਮਦਰਦ ਨਿਊਜ਼।